ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਦੇ ਰੀਅਲਟਰ ਗੁਰਚੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਰੀਅਲ ਏਸਟੇਟ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਨਾਮ। ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 916 320 9444 ਤੇ। ਪੇਸ਼ ਨੇ ਚੋਣਵੀਆਂ ਖਬਰਾਂ। ਹੈਰਾਨੀਜਨਕ ਅਮਰੀਕੀ ਕੰਪਨੀ ਨੇ 200 ਲੋਕਾਂ ਨੂੰ ਜਿੰਦਾ ਜਮਾਇਆ, ਕਈ 100 ਸਾਲ ਬਾਅਦ ਕਰੇਗੀ ਸੁਰਜੀਤ। ਨਹੀਂ ਰਹੇ ਅਮਰੀਕੀ ਐਕਟਰ ਫਿਲਮ ਸੀਰੀਜ਼ ਹੈਰੀ ਪੋਟਰ 'ਚ ਹੈਗਰਿਡ ਦਾ ਕਿਰਦਾਰ ਨਿਭਾਉਣ ਵਾਲੇ ਰੌਬੀ ਕਲੌਂਟਰਨ। ਜਸਰਾਜ ਸਿੰਘ ਹੱਲਣ ਹੋਣਗੇ ਕੰਜ਼ਰਵੇਟਿਵ ਫਾਈਨਾਂਸ ਕ੍ਰਿਟਿਕ। ਕੈਨੇਡਾ 'ਚ ਵੱਡੀ ਵਾਰਦਾਤ, 2 ਪੁਲਿਸ ਅਫਸਰਾਂ ਦਾ ਗੋਲੀਆਂ ਮਾਰ ਕੇ ਕਤਲ। ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਸੁਰੱਖਿਆ ਜਗ੍ਹਾ ਤੇ ਭੇਜੇ ਗਏ ਲੋਕ। ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਤੇ ਹਮਲਾ, 11 ਵਾਰ ਮਾਰਿਆ ਚਾਕੂ, ਹਾਲਤ ਨਾਜ਼ੁਕ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਅਮਰੀਕਾ ਦੇ ਐਰੀਜ਼ੋਨਾ ਸ਼ਹਿਰ ਦੇ ਵਿੱਚ ਇੱਕ ਕੰਪਨੀ ਨੇ ਅਜਿਹੇ ਲੋਕਾਂ ਨੂੰ ਫ੍ਰੀਜ਼ ਕਰ ਦਿੱਤਾ ਹੈ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਮੁੜ ਸੁਰਜੀਤ ਹੋਣਗੇ। ਅਮਰੀਕਾ ਸਥਿਤ ਅਲਕੋਰ ਲਾਈਫ ਐਕਸਟੈਂਸ਼ਨ ਫਾਊਂਡੇਸ਼ਨ ਨੇ ਤਰਲ ਨਾਈਟ੍ਰੋਜਨ ਦੇ ਨਾਲ ਭਰੇ ਟੈਂਕਾਂ ਦੇ ਅੰਦਰ ਲਗਭਗ 200 ਮਨੁੱਖੀ ਸਰੀਰਾਂ ਨੂੰ ਕ੍ਰਾਇਓਪ੍ਰਿਜ਼ਰਵਜ਼ ਕੀਤਾ ਹੈ, ਜੋ ਭਵਿੱਖ ਦੇ ਵਿੱਚ ਮੁੜ ਸੁਰਜੀਤ ਹੋਣ ਦੀ ਉਮੀਦ ਵਿੱਚ ਹਨ। ਫਾਊਂਡੇਸ਼ਨ ਦੇ ਅਨੁਸਾਰ ਬਹੁਤ ਸਾਰੇ ਮਰੀਜ਼ ਅਜਿਹੇ ਹਨ ਜੋ ਕੈਂਸਰ, ਐਲਏਐਸ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਸਨ, ਜਿਨ੍ਹਾਂ ਦਾ ਫਿਲਹਾਲ ਕੋਈ ਇਲਾਜ ਨਹੀਂ ਹੈ। ਸੰਸਥਾ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕ੍ਰਾਇਓਨਿਕਸ ਭਵਿੱਖ ਵਿੱਚ ਮੈਡੀਕਲ ਟੈਕਨੋਲੋਜੀ ਦੇ ਨਾਲ ਸਿਹਤ ਨੂੰ ਬਹਾਲ ਕਰਨ ਦੇ ਇਰਾਦੇ ਦੇ ਨਾਲ ਸਬ ਫਰੀਜ਼ਿੰਗ ਤਾਪਮਾਨ ਦੀ ਵਰਤੋਂ ਕਰਕੇ ਮਰਨ ਦੀ ਪ੍ਰਕਿਰਿਆ ਨੂੰ ਰੋਕ ਕੇ ਜੀਵਨ ਨੂੰ ਸੁਰੱਖਿਅਤ ਕਰਨ ਦਾ ਅਭਿਆਸ ਹੈ। ਇਸ ਸੰਸਥਾ ਦੇ ਅਨੁਸਾਰ ਮਰਨ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕਦਾ ਹੈ, ਜਿਸ ਦਾ ਕ੍ਰਾਇਓਨਿਕਸ ਸਭ ਤੋਂ ਵਧੀਆ ਤਰੀਕਾ ਹੈ। ਮਰੀਜ਼ਾਂ ਦੇ ਵਿੱਚ ਇੱਕ ਮੈਰਾਥਨ ਨੋਵਰਟਪੋਂਗ ਹੈ, ਜੋ ਕਿ ਕ੍ਰਾਇਓਜੈਨਿਕ ਤੌਰ ਤੇ ਜੰਮਣ ਵਾਲਾ ਸਭ ਤੋਂ ਘੱਟ ਉਮਰ ਦਾ ਮਰੀਜ਼ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਅਲਕੋਰ ਦੇ ਸਾਬਕਾ CEO ਮੈਕਸ ਮੋਰੇ ਨੇ ਦੱਸਿਆ ਕਿ ਨੋਵਰਟਪੋਂਗ ਥਾਈਲੈਂਡ ਦੀ ਇੱਕ ਛੋਟੀ ਜਿਹੀ ਕੁੜੀ ਹੈ ਜਿਸ ਨੂੰ ਦਿਮਾਗ ਦਾ ਕੈਂਸਰ ਸੀ। ਉਸ ਦੇ ਮਾਤਾ-ਪਿਤਾ ਦੋਵੇਂ ਡਾਕਟਰ ਸਨ ਅਤੇ ਉਸ ਦੇ ਦਿਮਾਗ ਦੀਆਂ ਕਈ ਸਰਜਰੀਆਂ ਹੋ ਰਹੀਆਂ ਨੇ, ਪਰ ਬਦਕਿਸਮਤੀ ਦੇ ਨਾਲ ਕੁਝ ਵੀ ਸਫਲਤਾ ਨਹੀਂ ਮਿਲੀ। ਇਸ ਦੇ ਲਈ ਉਸ ਦੇ ਨਾਲ ਸਾਡੇ ਨਾਲ ਸੰਪਰਕ ਕੀਤਾ। ਨੋਵਰਟਪੋਂਗ ਕੇਸ ਅਲਕੋਰ ਦੇ ਕੁਝ ਜਨਤਕ ਮਾਮਲਿਆਂ ਦੇ ਵਿੱਚੋਂ ਇੱਕ ਹੈ। ਮਸ਼ਹੂਰ ਹਸਤੀਆਂ ਦੀ ਗੱਲ ਕਰੀਏ ਤਾਂ ਪੈਰਿਸ ਹਿਲਟਨ ਨੇ ਕਥਿਤ ਤੌਰ ਤੇ ਕ੍ਰਾਇਓਪ੍ਰਿਜ਼ਰਵੇਸ਼ਨ ਦੇ ਲਈ ਸਾਈਨ ਅਪ ਕੀਤਾ ਹੈ। ਅਮਰੀਕਾਜ਼ ਗੌਟ ਟੈਲੈਂਟ ਦੇ ਸਾਈਮਨ ਕੋਲਡਵੈਲ ਨੇ 2011 ਦੇ ਵਿੱਚ ਜਨਤਕ ਤੌਰ ਤੇ ਆਪਣੀ ਮੈਂਬਰਸ਼ਿਪ ਦਾ ਐਲਾਨ ਕਰ ਦਿੱਤਾ, ਪਰ ਬਾਅਦ ਵਿੱਚ ਛੱਡ ਦਿੱਤਾ। ਹਾਲੇ ਦੇ ਵਿੱਚ ਵਾਲਟ ਡਿਜ਼ਨੀ ਨੂੰ ਫ੍ਰੀਜ਼ ਕੀਤੇ ਜਾਣ ਦੀ ਅਫਵਾਹ ਸਨ, ਪਰ ਉਸ ਦੇ ਆਪਣੇ ਪਰਿਵਾਰ ਦੁਆਰਾ ਇਸ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਹਾਨ ਬੇਸਬਾਲ ਖਿਡਾਰੀ ਟੇਡ ਵਿਲੀਅਮਸ, ਜਿਸ ਦੀ 2002 ਦੇ ਵਿੱਚ ਮੌਤ ਹੋ ਗਈ ਸੀ, ਵਰਤਮਾਨ ਦੇ ਵਿੱਚ ਅਲਕੋਰ ਦੇ ਜੰਮੇ ਹੋਏ ਮਰੀਜ਼ਾਂ ਦੇ ਵਿੱਚੋਂ ਇੱਕ ਹੈ। ਹਾਲੀਵੁੱਡ ਫਿਲਮ ਸੀਰੀਜ਼ ਹੈਰੀ ਪੋਟਰ 'ਚ ਹੈਗਰਿਡ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਸਕਾਟਿਸ਼ ਅਭਿਨੇਤਾ ਰੌਬੀ ਕਲੌਂਟਰਨ ਦਾ 72 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਹਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਹਨਾਂ ਨੇ ਆਖਰੀ ਸਾਹ ਲਿਆ। ਹੈਰੀ ਪੋਟਰ ਤੋਂ ਇਲਾਵਾ ਉਹ ITV ਦੇ ਜਾਸੂਸੀ ਡਰਾਮਾ ਕ੍ਰੈਕਰ ਅਤੇ ਜੇਮਸ ਬੌਂਡ ਦੀਆਂ ਫਿਲਮਾਂ ਗੋਲਡਨ ਆਈ ਅਤੇ ਦਾ ਵਰਲਡ ਇਜ਼ ਨਾਟ ਇਨਫ ਵਿੱਚ ਵੀ ਨਜ਼ਰ ਆਏ ਨੇ। ਇੱਕ ਬਿਆਨ ਦੇ ਵਿੱਚ ਉਹਨਾਂ ਦੀ ਏਜੰਟ ਬਲਿੰਡਾ ਰਾਈਟ ਨੇ ਪੁਸ਼ਟੀ ਕੀਤੀ ਹੈ ਕਿ ਅਭਿਨੇਤਾ ਦੀ ਸਕਾਟਲੈਂਡ 'ਚ ਫਾਲਕ੍ਰਿਕ ਨੇੜੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਉਹਨਾਂ ਨੇ ਕੋਲਟਰਨ ਨੂੰ ਇੱਕ ਅਨੋਖੀ ਪ੍ਰਤਿਭਾ ਵਾਲਾ ਦੱਸਿਆ। ਹੈਗਰਿਡ ਵਜੋਂ ਉਹਨਾਂ ਦੀ ਭੂਮਿਕਾ ਨੂੰ ਜੋੜਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਵਿੱਚ ਬੱਚਿਆਂ ਅਤੇ ਬਾਲਕਾਂ ਵਿਚਾਲੇ ਸਤਿਕਾਰ ਦੇ ਨਾਲ ਯਾਦ ਕੀਤੇ ਜਾਣਗੇ। ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵਰ ਨੇ ਆਪਣੀ ਸ਼ੈਡੋ ਕੈਬਨਿਟ ਦਾ ਖੁਲਾਸਾ ਕਰਦਿਆਂ ਆਪਣੇ ਪਾਰਲੀਮੈਂਟਰੀ ਕ੍ਰਿਟਿਕਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਉਹਨਾਂ ਵੱਲੋਂ ਅਲਬਰਟਾ ਤੋਂ ਕੰਜ਼ਰਵੇਟਿਵ MP ਤੇ ਸਿੱਖ ਸਿਆਸਤਦਾਨ ਜਸਰਾਜ ਸਿੰਘ ਹੱਲਣ ਨੂੰ ਪਾਰਟੀ ਦਾ ਨਵਾਂ ਫਾਈਨਾਂਸ ਕ੍ਰਿਟਿਕ ਬਣਾਇਆ ਗਿਆ। ਅਜਿਹਾ ਕਰਕੇ ਪੋਲੀਏਵਰ ਨੇ ਹੱਲਣ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਟੱਕਰ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ। ਸ਼ੈਡੋ ਕੈਬਨਿਟ ਦੇ ਫਾਈਨਾਂਸ ਕ੍ਰਿਟਿਕ ਦੇ ਤੌਰ ਤੇ ਉਹ ਕੈਨੇਡੀਅਨ ਖਜ਼ਾਨਾ ਮੰਤਰੀ ਦੀਆਂ ਨੀਤੀਆਂ ਦੀ ਪਾਰਲੀਮੈਂਟ 'ਚ ਆਲੋਚਨਾ ਕਰਦੇ ਨਜ਼ਰ ਆਉਣਗੇ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ 2 ਕੈਨੇਡੀਅਨ ਪੁਲਿਸ ਅਫਸਰਾਂ ਨੂੰ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ ਹੈ। ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਖਣੀ ਸਿਮਕੋਈ ਪੁਲਿਸ ਸੇਵਾ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਟੋਰਾਂਟੋ ਤੋਂ ਲਗਭਗ 100 ਕਿਲੋਮੀਟਰ ਦੂਰ ਇੰਸਫਿਲ ਸ਼ਹਿਰ ਦੇ ਵਿੱਚ ਪੱਛਮੀ ਸਾਈਡ ਰੋਡ ਅਤੇ 9ਵੀਂ ਲਾਈਨ ਨੇੜੇ ਇੱਕ ਘਰ ਦੇ ਵਿੱਚ ਸਵੇਰੇ 7:55 ਤੇ ਇੱਕ ਕਾਲ ਦਾ ਜਵਾਬ ਦਿੱਤਾ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਮੰਗਲਵਾਰ ਨੂੰ ਦੋਹਾਂ ਅਧਿਕਾਰੀਆਂ ਨੂੰ ਘਰ ਦੇ ਅੰਦਰ ਹੀ ਗੋਲੀ ਮਾਰ ਦਿੱਤੀ ਗਈ ਸੀ।
ਬਾਅਦ ਵਿੱਚ ਪੁਲਿਸ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ੱਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਸ਼ੁਰੂਆਤੀ ਕਾਲ ਕਿਸ ਲਈ ਕੀਤੀ ਗਈ ਸੀ। ਦੋਵਾਂ ਅਧਿਕਾਰੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦੀ ਮੌਤ ਹੋ ਗਈ ਹੈ। ਪੁਲਿਸ ਨੇ ਬੁੱਧਵਾਰ ਸਵੇਰੇ 7:30 ਵਜੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਕਿ ਦੂਜੇ ਅਧਿਕਾਰੀ ਦੀ ਵੀ ਮੌਤ ਹੋ ਗਈ ਹੈ। ਓਨਟਾਰੀਓ ਦੀ ਵਿਸ਼ੇਸ਼ ਜਾਂਚ ਯੂਨਿਟ ਹੁਣ ਜਾਂਚ ਕਰ ਰਹੀ ਹੈ। ਗੋਲੀਬਾਰੀ ਦੀ ਘਟਨਾ ਟੋਰਾਂਟੋ ਪੁਲਿਸ ਕਾਂਸ ਦੇ 1 ਮਹੀਨੇ ਬਾਅਦ ਵਾਪਰੀ ਹੈ। ਐਂਡਰਿਊ ਹੌਂਗ ਅਤੇ 2 ਹੋਰਾਂ ਨੂੰ 12 ਸਤੰਬਰ ਨੂੰ ਟੋਰਾਂਟੋ ਨੇੜੇ ਇੱਕ ਬੰਦੂਕਧਾਰੀ ਨੇ ਗੋਲੀ ਮਾਰ ਦਿੱਤੀ ਸੀ। ਆਸਟ੍ਰੇਲੀਆ ਦੇ ਦੱਖਣੀ ਪੂਰਬ ਵਿੱਚ ਮੈਲਬੌਰਨ ਅਤੇ ਹੋਰ ਸ਼ਹਿਰਾਂ ਦੇ ਵਿੱਚ ਸ਼ੁੱਕਰਵਾਰ ਨੂੰ ਘਰਾਂ ਦੇ ਵਿੱਚ ਹੜ੍ਹ ਦਾ ਪਾਣੀ ਭਰ ਗਿਆ। ਉਧਰ ਮਾਹਰਾਂ ਨੇ ਕਈ ਦਿਨਾਂ ਤੱਕ ਨਦੀਆਂ ਦੇ ਉੱਚੇ ਪੱਧਰ ਤੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 70 ਵਸਨੀਕਾਂ ਨੂੰ ਮੈਲਬੌਰਨ ਦੇ ਉੱਤਰੀ ਪੱਛਮ ਮੈਰੀ ਬਿਰਨੌਕ ਦੇ ਉਪਨਗਰ ਛੱਡਣ ਦੇ ਲਈ ਕਿਹਾ ਗਿਆ ਹੈ। ਨਾਲ ਹੀ ਸੈਂਕੜਾ ਲੋਕਾਂ ਨੂੰ ਵਿਕਟੋਰੀਆ ਰਾਜ ਦੇ ਸ਼ਹਿਰ ਬੇਨਾਲਾ ਅਤੇ ਵੇਡ ਰਬਨ ਵਿੱਚ ਭੇਜਿਆ ਗਿਆ ਹੈ। ਮੈਲਬੌਰਨ 5 ਮਿਲੀਅਨ ਲੋਕਾਂ ਦੇ ਨਾਲ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਸ਼ਹਿਰ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਵਿਕਟੋਰੀਆ ਦੇ ਵਿੱਚ ਲਗਭਗ 500 ਘਰਾਂ ਦੇ ਵਿੱਚ ਪਾਣੀ ਭਰ ਗਿਆ ਹੈ ਅਤੇ ਹੋਰ 500 ਨੂੰ ਹੜ੍ਹ ਦੇ ਪਾਣੀ ਨੇ ਅਲੱਗ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਗਿਣਤੀ ਵਧੇਗੀ। ਐਂਡਰਿਊਜ਼ ਨੇ ਕਿਹਾ ਕਿ ਜ਼ਿਆਦਾਤਰ ਰਾਜ ਬਹੁਤ ਜ਼ਿਆਦਾ ਬਾਰਿਸ਼ ਦਾ ਅਨੁਭਵ ਕਰ ਰਹੇ ਸਨ। ਹੁਣ ਅਸਲ ਚੁਣੌਤੀ ਇਹ ਹੈ ਕਿ ਸਾਡੇ ਕੋਲ ਅਗਲੇ ਹਫ਼ਤੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਬਿਊਰੋ ਵੀ ਅਗਲੇ 6 ਤੋਂ 8 ਹਫ਼ਤਿਆਂ ਦੀ ਮਿਆਦ ਦੇ ਵਿੱਚ ਹੋਰ ਮੀਂਹ ਦੀ ਭਵਿੱਖਬਾਣੀ ਕਰ ਰਿਹਾ ਹੈ। ਐਂਡਰਿਊਜ਼ ਨੇ ਅੱਗੇ ਕਿਹਾ ਕਿ 4700 ਘਰ ਬਿਜਲੀ ਤੋਂ ਬਿਨਾਂ ਸਨ, ਜੋ ਕਿ ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ ਨੇ ਸ਼ੁੱਕਰਵਾਰ ਨੂੰ ਪਹਿਲਾਂ ਹੀ ਰਿਪੋਰਟ ਕੀਤੇ ਸਨ। ਮੌਸਮ ਬਿਊਰੋ ਨੇ ਕਿਹਾ ਕਿ ਰਿਕਾਰਡ ਹੜ੍ਹ ਆ ਰਹੇ ਨੇ ਅਤੇ ਵਿਕਟੋਰੀਆ ਅਤੇ ਦੱਖਣ ਵੱਲ ਤਸਮਾਨੀਆ ਟਾਪੂ ਰਾਜ ਦੀਆਂ ਕਈ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬਿਊਰੋ ਨੇ ਕਿਹਾ ਕਿ ਵਿਕਟੋਰੀਆ ਦੇ ਉੱਤਰ ਵਿੱਚ ਨਿਊ ਸਾਊਥ ਵੇਲਜ਼ ਰਾਜ ਦੇ ਵਿੱਚ ਕਈ ਨਦੀਆਂ ਦੇ ਨਾਲ ਦਰਮਿਆਨੇ ਤੋਂ ਵੱਡੇ ਹੜ੍ਹ ਆ ਰਹੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਨਿਊ ਸਾਊਥ ਵੇਲਜ਼ ਦੇ ਵਿੱਚ ਹੜ੍ਹ ਦੇ ਪਾਣੀ ਦੇ ਵਿੱਚ ਇੱਕ 63 ਸਾਲਾ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਸ਼ੁੱਕਰਵਾਰ ਨੂੰ ਮੱਧ ਵਿਕਟੋਰੀਆ ਦੇ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਵਿਕਟੋਰੀਆ ਦੇ ਨਿਊ ਬ੍ਰਿਜ ਸ਼ਹਿਰ ਤੋਂ ਲਾਪਤਾ ਹੋਏ ਵਿਅਕਤੀ ਦਾ ਕੋਈ ਵੇਰਵਾ ਜਾਂ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੁਲਿਸ ਨੂੰ ਮੰਗਲਵਾਰ ਨੂੰ ਸਿਡਨੀ ਦੇ ਪੱਛਮ ਦੇ ਵਿੱਚ ਨਿਊ ਸਾਊਥ ਵੇਲਜ਼ ਸ਼ਹਿਰ ਬਾਥਰਸ ਦੇ ਨੇੜੇ ਹੜ੍ਹ ਦੇ ਪਾਣੀ ਦੇ ਵਿੱਚ ਡੁੱਬੀ ਕਾਰ ਇੱਕ 86 ਸਾਲਾ ਵਿਅਕਤੀ ਦੀ ਲਾਸ਼ ਮਿਲੀ ਸੀ। ਉਸ ਦੀ ਮੌਤ ਤੋਂ ਇੱਕ ਦਿਨ ਬਾਅਦ ਸਟੇਟ ਐਮਰਜੈਂਸੀ ਸੇਵਾ ਨੇ ਕਿਹਾ ਕਿ ਉਸਨੇ ਵਿਕਟੋਰੀਆ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ 108 ਹੜ੍ਹ ਬਚਾਅ ਕਾਰਜ ਕੀਤੇ ਨੇ। ਗੈਬਲ ਨੇ ਅੱਗੇ ਕਿਹਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ। ਮੈਲਬੌਰਨ ਦੇ ਉੱਤਰੀ ਵੱਲ ਕੈਂਪਸਮ ਨਦੀ ਦੇ ਸਥਿਤ ਰੈਟੋਸਟਰ ਸ਼ਹਿਰ ਅਤੇ ਗੋਲਬਰਨ ਨਦੀ ਦੇ ਕੈਰੀ ਸਬਰੂਕ ਅਤੇ ਸਿਮੌਰ ਦੇ ਕੇਂਦਰੀ ਵਿਕਟੋਰੀਆ ਕਸਬੇ ਦੇ ਲਈ ਵੀ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਉਧਰ ਡੋਵਨਪੋਰਟ ਦੀ ਪ੍ਰਮੁੱਖ ਬੰਦਰਗਾਹ ਨੂੰ ਮਰਸੀ ਨਦੀ ਦੇ ਹੜ੍ਹ ਕਾਰਨ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ ਗਿਆ। ਬਿਊਰੋ ਨੇ ਕਿਹਾ ਕਿ ਤਸਮਾਨੀਆ ਦੇ ਵਿੱਚ ਮੇਂਟਰ ਅਤੇ ਮੈਕਵੈਰੀ ਨਦੀਆਂ ਦੇ ਹੜ੍ਹ ਦੀਆਂ ਚੋਟੀਆਂ ਰਿਕਾਰਡ ਵਿੱਚ ਸਭ ਤੋਂ ਅੱਗੇ ਨੇ। ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਪੜ੍ਹਦਾ ਇੱਕ ਭਾਰਤੀ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਿਆ। ਇਸ ਹਮਲੇ 'ਚ ਉਸਦੇ ਚਾਕੂਆਂ ਦੇ ਨਾਲ ਕਈ ਵਾਰ ਕੀਤੇ ਗਏ। ਹਮਲਾਵਰਾਂ ਨੇ ਵਿਦਿਆਰਥੀ ਤੇ ਚਾਕੂ ਦੇ ਨਾਲ 11 ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। 28 ਸਾਲਾ ਸ਼ੁਭਮ ਗਰਗ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ PhD ਦਾ ਵਿਦਿਆਰਥੀ ਹੈ। ਫਿਲਹਾਲ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਨੂੰ ਨਸਲੀ ਹਮਲਾ ਕਰਾਰ ਦਿੰਦਿਆਂ ਆਗਰਾ ਵਿੱਚ ਰਹਿੰਦੇ ਉਸਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਪਿਛਲੇ 7 ਦਿਨਾਂ ਤੋਂ ਆਸਟ੍ਰੇਲੀਆ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅਜੇ ਤੱਕ ਹਾਸਲ ਨਹੀਂ ਕਰ ਸਕੇ। ਸਮਾਚਾਰ ਏਜੰਸੀ ਟਾਈਮਜ਼ ਆਫ ਇੰਡੀਆ ਅਨੁਸਾਰ ਸ਼ੁਭਮ ਨੇ IIT ਮਦਰਾਸ ਤੋਂ ਆਪਣੀ ਬੈਚਲਰ ਆਫ ਟੈਕਨੋਲੋਜੀ ਅਤੇ ਮਾਸਟਰ ਆਫ ਸਾਇੰਸ ਦੀ ਡਿਗਰੀ ਪੂਰੀ ਕੀਤੀ ਸੀ ਅਤੇ 1 ਸਤੰਬਰ ਨੂੰ ਆਸਟ੍ਰੇਲੀਆ ਚਲਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸ਼ੁਭਮ ਦੇ ਚਿਹਰੇ, ਛਾਤੀ ਅਤੇ ਪੇਟ ਤੇ ਕਈ ਜ਼ਖਮ ਨੇ। 27 ਸਾਲਾ ਇੱਕ ਸ਼ੱਕੀ ਨੂੰ ਅਪਰਾਧ ਦੇ ਸਿਲਸਿਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ। ਸ਼ੁਭਮ ਦੇ ਪਿਤਾ ਰਾਮ ਨਿਵਾਸ ਗਰਗ ਨੇ ਕਿਹਾ ਕਿ ਸ਼ੁਭਮ ਦੇ ਆਸਟ੍ਰੇਲੀਆ ਦੇ ਵਿਚਲੇ ਦੋਸਤਾਂ ਨੇ ਪੁਸ਼ਟੀ ਕੀਤੀ ਹੈ ਕਿ ਨਾ ਤਾਂ ਉਹ ਅਤੇ ਨਾ ਹੀ ਸ਼ੁਭਮ ਹਮਲਾਵਰ ਨੂੰ ਜਾਣਦੇ ਸਨ। ਇਹ ਨਸਲੀ ਹਮਲਾ ਜਾਪਦਾ ਹੈ। ਅਸੀਂ ਭਾਰਤ ਸਰਕਾਰ ਨੂੰ ਮਦਦ ਦੀ ਬੇਨਤੀ ਕਰਦੇ ਹਾਂ। ਦੂਜੇ ਪਾਸੇ ਆਗਰਾ ਦੇ ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਾਲ ਨੇ ਦੱਸਿਆ ਕਿ ਸ਼ੁਭਮ ਦੇ ਭਰਾ ਦਾ ਵੀਜ਼ਾ ਅਰਜੀ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਵਿਦੇਸ਼ ਮੰਤਰਾਲੇ ਦੇ ਨਾਲ ਤਾਲਮੇਲ ਕਰ ਰਹੇ ਹਾਂ। ਸਿਡਨੀ ਦੇ ਵਿੱਚ ਦੂਤਘਰ ਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਕੀਤੀ ਜਾ ਰਹੀ ਹੈ। ਵੀਜ਼ਾ ਜਲਦੀ ਹੀ ਉਪਲਬਧ ਕਰਵਾਇਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਮ 6 ਅਕਤੂਬਰ ਨੂੰ ਕਰੀਬ 10 ਵਜੇ ਘਰ ਦਾ ਕਿਰਾਇਆ ਦੇਣ ਲਈ ATM ਤੋਂ $800 ਕਢਵਾ ਕੇ ਕਮਰੇ ਦੇ ਵਿੱਚ ਆ ਰਿਹਾ ਸੀ। ਫਿਰ ਅਚਾਨਕ ਉਸ ਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਉਸ ਦੇ ਜਬਾੜੇ, ਪੇਟ ਸਮੇਤ ਸਰੀਰ ਦੇ ਕਈ ਹਿੱਸਿਆਂ ਦੇ ਵਿੱਚ 11 ਵਾਰ
ਹਮਲੇ ਕੀਤੇ ਗਏ। ਇਸ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡੇਲੀ ਟੈਲੀਗ੍ਰਾਫ ਅਖਬਾਰ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ 27 ਸਾਲਾ ਡੇਨੀਅਲ ਨੌਰਵੁੱਡ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ। ਅਖਬਾਰ ਮੁਤਾਬਕ ਡੇਨੀਅਲ ਦੇ ਘਰ ਤੋਂ ਕਈ ਚੀਜ਼ਾਂ ਬਰਾਮਦ ਹੋਈਆਂ ਨੇ ਅਤੇ ਉਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਦੀ ਜੇਲ੍ਹ 'ਚ ਸ਼ਨੀਚਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਉਹ ਜੇਲ੍ਹ ਹੈ ਜਿੱਥੇ ਸਿਆਸੀ ਕੈਦੀਆਂ ਅਤੇ ਸਰਕਾਰ ਵਿਰੋਧੀ ਕਾਰਕੁਨਾਂ ਨੂੰ ਰੱਖਿਆ ਜਾ ਰਿਹਾ ਹੈ। ਆਨਲਾਈਨ ਵੀਡੀਓਜ਼ ਅਤੇ ਸਥਾਨਕ ਮੀਡੀਆ ਮੁਤਾਬਕ ਜੇਲ੍ਹ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ ਹੈ। ਮਹਿਸਾ ਅਮੀਨੀ ਨਾਮ ਦੀ 22 ਸਾਲਾ ਲੜਕੀ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਤੋਂ ਬਾਅਦ ਪਿਛਲੇ 5 ਹਫ਼ਤਿਆਂ ਤੋਂ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸੀ ਫੌਜ ਦੇ ਨਾਲ ਨਾਟੋ ਫੌਜਾਂ ਦਾ ਕੋਈ ਵੀ ਸਿੱਧਾ ਸੰਪਰਕ ਜਾਂ ਸਿੱਧੀ ਝੜਪ ਕੌਮਾਂਤਰੀ ਤਬਾਹੀ ਦਾ ਕਾਰਨ ਬਣੇਗੀ। ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ 'ਚ ਪੱਤਰਕਾਰ ਸੰਮੇਲਨ ਦੇ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ 'ਚ ਰੂਸੀ ਫੌਜਾਂ ਦੇ ਨਾਲ ਨਾਟੋ ਫੌਜੀਆਂ ਦਾ ਸਿੱਧਾ ਸੰਪਰਕ, ਸਿੱਧਾ ਟਕਰਾਅ ਬਹੁਤ ਖਤਰਨਾਕ ਕਦਮ ਹੈ, ਜਿਸ ਦੇ ਨਾਲ ਵਿਸ਼ਵ ਤਬਾਹੀ ਹੋ ਸਕਦੀ ਹੈ। ਮੈਨੂੰ ਉਮੀਦ ਹੈ ਕਿ ਸਮਝਦਾਰ ਲੋਕਾਂ ਦੇ ਲਈ ਇੰਨਾ ਹੀ ਕਹਿਣਾ ਕਾਫੀ ਹੋਏਗਾ। ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ ਜੈਰੇਮੀ ਹੰਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਿਜ਼ ਟਰੱਸ ਦੀ ਸਰਕਾਰ ਨੇ ਕਈ ਗਲਤੀਆਂ ਕੀਤੀਆਂ ਨੇ। ਉਸ ਦੀ ਵਿਵਾਦਤਗ੍ਰਸਤ ਟੈਕਸ ਕਟੌਤੀ ਯੋਜਨਾ ਕਾਰਨ ਵਿੱਤੀ ਬਾਜ਼ਾਰ ਦੀ ਸਥਿਤੀ ਵਿਗੜ ਗਈ ਹੈ। ਇਸ ਕਾਰਨ ਉਸ ਦੇ ਪੂਰਵਜ ਕਵਾਸੀ ਕੁਆਰਤੇਂਗ ਨੂੰ ਹਟਾ ਦਿੱਤਾ ਗਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਜੈਰੇਮੀ ਹੰਟ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵਿੱਤ ਮੰਤਰੀ ਕਵਾਸੀ ਕੁਆਰਤੇਂਗ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਕਦਮ ਪਿਛਲੇ ਮਹੀਨੇ ਦੇ ਅਖੀਰ ਵਿੱਚ ਟੈਕਸਾਂ ਦੇ ਵਿੱਚ ਕਟੌਤੀ ਦੇ ਪ੍ਰਸਤਾਵਿਤ ਮਿਨੀ ਬਜਟ ਕਾਰਨ ਅਰਥ ਵਿਵਸਥਾ ਦੇ ਵਿੱਚ ਆਈ ਉਥਲ-ਪੁਥਲ ਨੂੰ ਰੋਕਣ ਲਈ ਚੁੱਕਿਆ ਗਿਆ। ਬਰਖਾਸਤ ਕੀਤੇ ਗਏ ਕੁਆਰਤੇਂਗ ਦੀ ਮਿਆਦ ਸਿਰਫ 38 ਦਿਨਾਂ ਦੀ ਸੀ। ਆਪਣੇ ਅਸਤੀਫੇ ਦੇ ਪੱਤਰ ਦੇ ਵਿੱਚ ਕੁਆਰਤੇਂਗ ਨੇ ਲਿਖਿਆ, ਜਿਵੇਂ ਕਿ ਮੈਂ ਕਈ ਵਾਰ ਆਖਿਆ ਹੈ, ਸਥਿਤੀ ਦਾ ਕੋਈ ਬਦਲ ਨਹੀਂ ਹੈ। ਦੇਸ਼ ਦੇ ਵਿਕਾਸ ਦਰ ਲੰਬੇ ਸਮੇਂ ਤੋਂ ਪ੍ਰਭਾਵਿਤ ਹੈ, ਇਸ ਲਈ ਸਫਲਤਾ ਦੇ ਲਈ ਬਦਲਾਅ ਜ਼ਰੂਰੀ ਹੈ। ਦੱਸਦੀ ਹੈ ਕਿ ਟੈਕਸ ਦੇ ਵਿੱਚ ਕਟੌਤੀ ਦੇ ਐਲਾਨ ਤੋਂ ਬਾਅਦ ਪੌਂਡ ਦੀ ਐਕਸਚੇਂਜ ਰੇਟ ਦੇ ਵਿੱਚ ਕਾਫੀ ਗਿਰਾਵਟ ਆਈ ਹੈ। ਕਟੌਤੀ ਦੀਆਂ ਤਜਵੀਜ਼ਾਂ ਦਾ ਬਾਜ਼ਾਰ ਤੇ ਬੁਰਾ ਪ੍ਰਭਾਵ ਪਿਆ। ਬੈਂਕ ਆਫ ਇੰਗਲੈਂਡ ਨੇ ਇਸ ਨਾਲ ਨਜਿੱਠਣ ਦੇ ਲਈ ਕਦਮ ਚੁੱਕੇ ਨੇ। ਕੈਨੇਡਾ ਸਰਕਾਰ ਨੇ ਇੱਕ ਅਹਿਮ ਐਲਾਨ ਕੀਤਾ ਹੈ। ਇਸ ਐਲਾਨ ਦੇ ਤਹਿਤ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕੀਤਾ ਜਾਵੇਗਾ। ਇਮੀਗ੍ਰੇਸ਼ਨ ਕੈਨੇਡਾ ਯਾਨੀ IRCC ਵੱਲੋਂ ਇਸ ਸਾਲ ਮਾਤਾ-ਪਿਤਾ ਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਸ ਬਾਬਤ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਦੇ ਲਈ ਸੱਦੇ ਭੇਜੇ ਜਾਣਗੇ, ਜਿਨ੍ਹਾਂ ਦੇ ਵਿੱਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ। ਇਸ ਦੇ ਨਾਲ ਹੀ ਸਾਲ 2020 ਦੇ ਪੂਲ ਦੇ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਦੇ ਲਈ ਦਿਲਚਸਪੀ ਦੀ ਗਿਣਤੀ ਕਾਰਨ IRCC ਉਸ ਪੂਲ ਤੋਂ ਵੱਧ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਦੇ ਲਈ ਸੱਦਾ ਭੇਜੇਗਾ। ਸਾਲ 2021 ਦੇ ਲਈ ਇਹ ਰੁਝਾਨ ਜਾਰੀ ਰਹੇਗਾ। ਜਿਨ੍ਹਾਂ ਨੇ 2020 ਦੇ ਸਪਾਂਸਰ ਫਾਰਮ ਦੇ ਵਿੱਚ ਦਿਲਚਸਪੀ ਦਿਖਾਈ ਸੀ, ਪਰ ਉਹਨਾਂ ਨੂੰ ਜਨਵਰੀ 2021 ਜਾਂ ਸਤੰਬਰ 2021 ਦੇ ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ, ਉਹਨਾਂ ਨੂੰ ਵੀ ਸੱਦੇ ਭੇਜੇ ਜਾਣਗੇ। ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ ਯਾਨੀ ਕਿ ਬੈਂਗਲੁਰੂ ਦੇ ਕੈਂਪੇ ਗੌੜਾ ਕੌਮਾਂਤਰੀ ਹਵਾਈ ਅੱਡੇ ਤੇ ਉਤਰਿਆ। ਇਹ ਸ਼ਹਿਰ ਲਈ ਸੱਚਮੁੱਚ ਇੱਕ ਇਤਿਹਾਸਿਕ ਪਲ ਸੀ। ਇਹ ਜਹਾਜ਼ ਦੁਪਹਿਰ 3:40 ਤੇ ਹਵਾਈ ਅੱਡੇ ਤੇ ਉਤਰਿਆ। ਇਸ ਦੇ ਨਾਲ ਹੀ ਬੈਂਗਲੁਰੂ ਦੇਸ਼ ਦਾ ਪਹਿਲਾ ਦੱਖਣੀ ਸ਼ਹਿਰ ਬਣ ਗਿਆ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਯਾਤਰੀ 에ਅਰਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ। ਜਹਾਜ਼ 'ਚ 224 ਯਾਤਰੀ ਸਵਾਰ ਸਨ। ਜਹਾਜ਼ ਦੱਖਣੀ ਰਨਵੇ ਤੇ ਉਤਰਿਆ ਅਤੇ ਫਿਰ ਉਸ ਨੂੰ ਉੱਤਰੀ ਰਨਵੇ ਵੱਲ ਮੋੜ ਦਿੱਤਾ ਗਿਆ, ਜਿੱਥੇ ਇਸ ਨੂੰ ਗੇਟ ਨੰਬਰ 44 ਤੇ ਡੌਕ ਕੀਤਾ ਗਿਆ। ਇਹ ਜਹਾਜ਼ ਦੁਬਈ ਦੇ ਸਥਾਨਕ ਸਮੇਂ ਮੁਤਾਬਕ 10 ਵਜੇ ਰਵਾਨਾ ਹੋਇਆ ਸੀ। ਬੈਂਗਲੁਰੂ ਹਵਾਈ ਅੱਡੇ ਤੇ ਤੈਅ ਸਮੇਂ ਤੋਂ 7 ਮਿੰਟ ਪਹਿਲਾਂ ਲੈਂਡ ਹੋਇਆ। ਸਹਿਕਾਰਤਾ ਮੰਤਰੀ ST ਸੋਮਸ਼ੇਖਰ ਅਤੇ ਬੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧ ਡਾਇਰੈਕਟਰ ਅਤੇ CEO ਹਰੀ ਮਰਾਰ ਨੇ ਜਹਾਜ਼ 'ਚ ਬੈਠੇ ਸਾਰੇ ਯਾਤਰੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਹਨਾਂ ਨੇ ਇਸ ਨੂੰ ਇਤਿਹਾਸਿਕ ਦੱਸਿਆ। ਇਸ ਦੇ ਨਾਲ ਹੀ ਉਹਨਾਂ ਨੇ ਕਰਨਾਟਕਾ ਸਰਕਾਰ 'ਚ ਭਰੋਸਾ ਜਤਾਉਣ ਦੇ ਲਈ ਅਮੀਰਾਤ ਦਾ ਧੰਨਵਾਦ ਕੀਤਾ। ਆਵਾਜਾਈ ਨੂੰ ਉਤਸ਼ਾਹਿਤ ਕਰਨ 'ਚ ਮਿਲੇਗੀ ਮਦਦ। ਬੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਦੇ CEO ਸਤਕੀ ਰਘੁਨਾਥ ਨੇ ਕਿਹਾ ਕਿ ਬੈਂਗਲੁਰੂ ਦੱਖਣੀ ਭਾਰਤ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਅਮੀਰਾਤ ਦੀ ਪ੍ਰਮੁੱਖ A380 ਸੇਵਾਵਾਂ ਉਪਲਬਧ ਹਨ। ਅੱਜ ਇਸ ਜਹਾਜ਼ ਦੀ ਆਮਦ ਬੈਂਗਲੁਰੂ ਹਵਾਈ ਅੱਡੇ ਤੇ ਪਰਿਚਾਲਨ ਸਮਰੱਥਾ ਅਤੇ ਯਾਤਰੀਆਂ ਦੀ ਵੱਧਦੀ ਮੰਗ ਨੂੰ ਦਰਸਾਉਂਦਾ ਹੈ। ਨਵੀਂ ਫਲੈਗਸ਼ਿਪ A380 ਸੇਵਾ ਦੁਬਈ ਬੈਂਗਲੁਰੂ ਮਾਰਗ ਦੇ ਬਿਹਤਰ ਪ੍ਰਭਾਵ ਦੇਵੇਗੀ। ਇਹ ਨਾ ਸਿਰਫ ਯਾਤਰਾ ਨੂੰ ਸੁਖਦ ਬਣਾਏਗੀ ਸਗੋਂ ਦੋਹਾਂ ਦੇਸ਼ਾਂ ਵਿਚਾਲੇ ਆਵਾਜਾਈ ਨੂੰ ਉਤਸ਼ਾਹਿਤ ਕਰਨ 'ਚ ਮਦਦ ਕਰੇਗੀ। ਬ੍ਰਿਟੇਨ ਦੀ ਗ੍ਰਹਿ ਮੰਤਰੀ ਤੇ ਭਾਰਤੀ ਪ੍ਰਵਾਸੀਆਂ ਖਿਲਾਫ ਦਿੱਤੇ ਬਿਆਨ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਖੜਾ ਕਰ ਦਿੱਤਾ ਹੈ। ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ
ਬ੍ਰੇਵਰਮੈਨ ਨੇ ਕਿਹਾ ਸੀ ਕਿ ਮੁਕਤ ਵਪਾਰ ਸਮਝੌਤੇ ਦੇ ਨਾਲ ਬ੍ਰਿਟੇਨ 'ਚ ਭਾਰਤੀਆਂ ਦੀ ਭੀੜ ਵੱਧ ਜਾਵੇਗੀ। ਬ੍ਰੇਵਰਮੈਨ ਦੇ ਬਿਆਨ ਤੋਂ ਬਾਅਦ ਭਾਰਤ ਨੇ ਵੀ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਸੀ ਕਿ ਭਵਿੱਖ 'ਚ ਕੋਈ ਵੀ ਡੀਲ ਦੋਹਾਂ ਪੱਖਾਂ ਦੇ ਲਾਭ ਨੂੰ ਧਿਆਨ 'ਚ ਰੱਖ ਕੇ ਹੀ ਕੀਤੀ ਜਾਵੇਗੀ। ਇਸ ਤੋਂ ਬਾਅਦ ਭਾਰਤ ਦੇ ਤੇਵਰ ਵੇਖਦੇ ਹੋਏ ਬ੍ਰਿਟੇਨ ਨੇ ਵੀ ਆਪਣਾ ਰੁਖ ਨਰਮ ਕੀਤਾ ਅਤੇ ਵਿਦੇਸ਼ ਮੰਤਰੀ ਜੇਮਸ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦਾ ਸਹਿਯੋਗ ਕਈ ਖੇਤਰਾਂ 'ਚ ਮਜ਼ਬੂਤ ਰਿਹਾ ਹੈ। ਅਸੀਂ ਇਸ ਡੀਲ ਰਾਹੀਂ ਵਪਾਰ ਖੇਤਰ 'ਚ ਵੀ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ। ਉਧਰ ਬ੍ਰਿਟੇਨ ਦੇ ਵਪਾਰ ਸਕੱਤਰ ਕੈਮੀ ਬਡੇਨੌਚ ਨੇ ਵੀ ਮੀਡੀਆ ਦੇ ਨਾਲ ਗੱਲਬਾਤ 'ਚ ਕਿਹਾ ਕਿ ਅਸੀਂ ਅਜੇ ਵੀ ਇਸ ਡੀਲ ਤੇ ਕੰਮ ਕਰ ਰਹੇ ਹਾਂ। ਭਾਰਤ ਨਾਲ ਕਈ ਮੁੱਦਿਆਂ ਤੇ ਗੱਲਬਾਤ ਚੱਲ ਰਹੀ ਹੈ। ਡੀਲ ਦੀ ਗਤੀ ਦੀ ਬਜਾਏ ਗੁਣਵੱਤਾ ਤੇ ਧਿਆਨ ਦੇਣ ਦੀ ਕੋਸ਼ਿਸ਼ ਹੈ। ਇਸ ਲਈ ਇਹ ਡੀਲ ਤੈਅ ਸਮਾਂ ਹੱਦ ਦੀਵਾਲੀ ਤੱਕ ਨਹੀਂ ਹੋ ਸਕੇਗੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਇਹ ਡੀਲ ਦੀਵਾਲੀ ਤੋਂ ਪਹਿਲਾਂ ਹੋ ਜਾਵੇਗੀ। ਉਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਵਿੰਦ ਬਾਗਚੀ ਨੇ ਕਿਹਾ ਹੈ ਕਿ ਇਹ ਕਾਰੋਬਾਰ ਵਾਰਤਾ ਅਤੇ ਬਿਹਤਰ ਹੋਵੇਗਾ ਕਿ ਇਸ ਵਿਸ਼ੇ ਨੂੰ ਦੋਵਾਂ ਦੇਸ਼ਾਂ ਦੇ ਵਣਜ ਮੰਤਰੀਆਂ ਤੇ ਛੱਡ ਦਿੱਤਾ ਜਾਵੇ। ਵਿਦੇਸ਼ ਵਿਭਾਗ ਦੇ ਬੁਲਾਰੇ ਤੋਂ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਨਾ ਬ੍ਰੇਵਰਮੈਨ ਦੀ ਇਮੀਗ੍ਰੇਸ਼ਨ ਸੰਬੰਧਿਤ ਵਿਵਾਦਤ ਟਿੱਪਣੀ ਅਤੇ ਦੀਵਾਲੀ ਤੱਕ FTA ਗੱਲਬਾਤ ਨੂੰ ਪੂਰਾ ਕਰਨ ਦੇ ਟੀਚੇ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਤੇ ਗੱਲਬਾਤ ਚੱਲ ਰਹੀ ਹੈ। ਦ ਟਾਈਮਜ਼ ਮੁਤਾਬਕ ਬ੍ਰਿਟੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਏਲਾ ਦੇ ਬਿਆਨ ਤੋਂ ਬਾਅਦ ਭਾਰਤ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ 'ਚ ਕਾਫੀ ਗੁੱਸਾ ਹੈ। ਗ੍ਰਹਿ ਮੰਤਰੀ ਦੇ ਇਸ ਬਿਆਨ ਤੋਂ ਭਾਰਤ ਹੈਰਾਨ ਅਤੇ ਪਰੇਸ਼ਾਨ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਬ੍ਰੇਵਰਮੈਨ ਦੀ ਟਿੱਪਣੀ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤੇ ਇੱਕ ਕਦਮ ਪਿੱਛੇ ਚਲੇ ਗਏ ਨੇ। ਭਾਰਤ ਅਜੇ ਵੀ ਬ੍ਰਿਟੇਨ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹੈ, ਪਰ ਬ੍ਰਿਟੇਨ ਦੀ ਸਰਕਾਰ 'ਚ ਜੇਕਰ ਅਜੇ ਵੀ ਅਜਿਹੇ ਲੋਕ ਰਹਿੰਦੇ ਹਨ ਤਾਂ ਇਹ ਗੱਲਬਾਤ ਅੱਧ ਵਿਚਾਲੇ ਹੀ ਅਟਕ ਸਕਦੀ ਹੈ। ਟ੍ਰੇਡ ਡੀਲ ਤੋਂ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਬ੍ਰਿਟੇਨ ਤੋਂ ਅੱਧਾ ਅਰਬ ਪਾਉਂਡ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਇਹ ਰਕਮ ਭਾਰਤੀ ਕਾਮਿਆਂ ਨੇ ਬ੍ਰਿਟੇਨ ਦੀ ਸਮਾਜਿਕ ਸੁਰੱਖਿਆ ਪ੍ਰਣਾਲੀ ਲਈ ਅਦਾ ਕੀਤੀ ਹੈ। ਯੂਕਰੇਨ ਨੇੜੇ ਰੂਸੀ ਫੌਜ ਦੀ ਫਾਇਰਿੰਗ ਰੇਂਜ ਦੇ ਵਿੱਚ ਦੋ ਵਿਅਕਤੀਆਂ ਨੇ ਫੌਜੀਆਂ ਤੇ ਗੋਲੀਬਾਰੀ ਕੀਤੀ ਹੈ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਜ਼ਖਮੀ ਹੋ ਗਏ ਨੇ। ਰੂਸੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਗੋਲੀਬਾਰੀ ਸ਼ਨੀਚਰਵਾਰ ਨੂੰ ਦੱਖਣੀ ਪੱਛਮੀ ਰੂਸ ਦੇ ਬੋਲਗਰੋਡ ਖੇਤਰ ਦੇ ਵਿੱਚ ਹੋਈ ਹੈ, ਜੋ ਯੂਕਰੇਨ ਦੀ ਸਰਹੱਦ ਦੇ ਨਾਲ ਲੱਗਦੀ ਹੈ। ਬਿਆਨ ਅਨੁਸਾਰ ਸਾਬਕਾ ਸੋਵੀਅਤ ਗਣਰਾਜ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਅਭਿਆਸ ਦੌਰਾਨ ਸੇਵੀ ਸੈਨਿਕਾਂ ਤੇ ਗੋਲੀਬਾਰੀ ਕੀਤੀ ਅਤੇ ਦੋਵੇਂ ਜਵਾਬੀ ਕਾਰਵਾਈ ਦੇ ਵਿੱਚ ਮਾਰੇ ਗਏ। ਮੰਤਰਾਲੇ ਨੇ ਇਸ ਘਟਨਾ ਨੂੰ ਅੱਤਵਾਦੀ ਫੌਜੀ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਜਲਦੀ ਤੈਨਾਤੀ ਦੇ ਆਦੇਸ਼ ਦੇ ਵਿਚਕਾਰ ਹੋਈ ਦੱਸਿਆ ਹੈ। ਰਾਸ਼ਟਰਪਤੀ ਦੇ ਇਸ ਹੁਕਮ ਦੇ ਵਿਰੋਧ 'ਚ ਪੂਰੇ ਰੂਸ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਅਤੇ ਹਜ਼ਾਰਾਂ ਲੋਕ ਦੇਸ਼ ਛੱਡ ਕੇ ਕਿਤੇ ਹੋਰ ਚਲੇ ਗਏ ਨੇ। ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,22,000 ਤੋਂ 3 ਲੱਖ ਫੌਜ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਤੈਨਾਤੀ ਦਾ ਆਦੇਸ਼ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਵਿੱਚੋਂ 33,000 ਪਹਿਲਾਂ ਹੀ ਮਿਲਟਰੀ ਯੂਨਿਟਾਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਜਦੋਂ ਕਿ 16,000 ਯੂਕਰੇਨ ਦੇ ਵਿੱਚ ਚੱਲ ਰਹੇ ਫੌਜੀ ਆਪਰੇਸ਼ਨਾਂ ਦਾ ਹਿੱਸਾ ਬਣ ਚੁੱਕੇ ਨੇ। ਪੁਤਿਨ ਦੁਆਰਾ ਸਤੰਬਰ ਦੇ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਦੇ ਤਹਿਤ 65 ਸਾਲਾਂ ਤੋਂ ਘੱਟ ਉਮਰ ਦੇ ਲਗਭਗ ਸਾਰੇ ਮਰਦ ਫੌਜੀ ਸਿਖਲਾਈ ਵਾਲੇ ਨਾਗਰਿਕਾਂ ਵਜੋਂ ਰਜਿਸਟਰਡ ਹਨ। ਇਸ ਫੈਸਲੇ ਤੇ ਆਮ ਲੋਕਾਂ 'ਚ ਨਾ ਪੱਖੀ ਪ੍ਰਤੀਕਰਮ ਵੇਖਣ ਨੂੰ ਮਿਲਿਆ। ਰਾਸ਼ਟਰਪਤੀ ਦੇ ਇਸ ਹੁਕਮ ਤੋਂ ਬਾਅਦ ਹਜ਼ਾਰਾਂ ਲੋਕ ਰੂਸ ਛੱਡ ਕੇ ਗੁਆਂਢੀ ਮੁਲਕਾਂ ਦੇ ਵੱਲ ਪ੍ਰਵਾਸ ਕਰਨ ਲੱਗੇ ਨੇ। ਫਰਵਰੀ 'ਚ ਪੂਰਬੀ ਯੂਰਪੀ ਦੇਸ਼ ਯੂਕਰੇਨ ਦੇ ਰੂਸ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਡੂੰਘੀ ਫੌਜੀ ਅਤੇ ਆਮ ਨਾਗਰਿਕਾਂ ਦਾ ਨੁਕਸਾਨ ਹੋਇਆ ਹੈ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਨੂੰ ਦਿਆ ਗਿਆ। ਸਤਿ ਸ਼੍ਰੀ ਅਕਾਲ।